ਸਤਿ ਟੈਲੀਵਿਜ਼ਨ ਦੇਖਦੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਅੱਗੇ ਇਹਨੂੰ ਸਤਿ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਇਹਨੂੰ ਸ਼ੇਅਰ ਵੀ ਕਰ ਦਿਓ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਭੱਖ ਦੇ ਮਸਲਿਆਂ ਦਾ ਤੇ ਗੱਲ ਕਰਦੇ ਹੋਏ ਜਿਹੜਾ ਕਿਸਾਨ ਮੋਰਚਾ ਲੱਗਾ ਦਿੱਲੀ ਦੇ ਐਂਟਰੀਆਂ ਦੇ ਉੱਤੇ ਉਹਦੇ ਉੱਤੇ ਵਿਚਾਰ ਕਰਾਂਗੇ। ਅੱਗੇ ਵੀ 5-7 ਐਪੀਸੋਡ ਸਤਿ ਟੈਲੀਵਿਜ਼ਨ ਦੇ ਉੱਤੇ ਇਸ ਵਿਸ਼ੇ ਉੱਤੇ ਪਾਏ ਹਨ। ਉਹਨਾਂ ਦਾ ਵੱਡਾ ਕਾਰਨ ਹੈ ਕਿ ਅਸੀਂ ਉਸ ਮੁਲਕ ਦੇ ਭਾਰਤ ਵਰਸ਼ ਦੇ ਵਾਸੀ ਹਾਂ। ਸਾਡੇ ਵਿੱਚ ਉਹ ਖੂਨ ਆ, ਉੱਥੇ ਧਰਤੀ ਦੇ ਨਾਲ ਪਿਆਰ ਆ ਅਤੇ ਸਾਡੇ ਵੱਡੇ ਬਜ਼ੁਰਗਾਂ ਨੇ ਵੀਰਿਆਂ ਨੇ ਬਹੁਤ ਕੁਰਬਾਨੀਆਂ ਦੇ ਕੇ ਉਸ ਮੁਲਕ ਨੂੰ ਆਜ਼ਾਦ ਕਰਾਇਆ। ਕਦੀ ਮੁਗਲਾਂ ਤੋਂ ਆਜ਼ਾਦ ਕਰਾਇਆ, ਕਦੀ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ। ਚਾਹੇ ਉਹ ਸਿੱਖ ਹੋਣ, ਚਾਹੇ ਉਹ ਈਸਾਈ ਹੋਣ, ਚਾਹੇ ਮੁਸਲਮਾਨ ਹੋਣ। ਸਾਡੇ ਭਾਰਤ ਵਰਸ਼ ਦੀ ਇੱਕ ਬਹੁਤ ਖੂਬੀ ਆ ਕਿ ਉੱਥੇ ਕਿੰਨੀਆਂ ਭਾਸ਼ਾਵਾਂ ਹਨ, ਕਿੰਨੇ ਉੱਥੇ ਦੇ ਕਲਚਰ ਹਨ, ਕਿੰਨੇ ਉਸੇ ਦੇ ਪਹਿਰਾਵੇ ਹਨ, ਪਰ ਸਾਰੇ ਦੇ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਜਦੋਂ ਵੀ ਜੰਗਾਂ ਲੜੀਆਂ ਅਤੇ ਉਹਨਾਂ ਜੰਗਾਂ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਅਤੇ ਸਾਨੂੰ ਇਹ ਆਜ਼ਾਦੀ ਮਿਲੀ। ਪਰ ਅੱਜ ਜਿਹੜਾ ਸੰਘਰਸ਼ ਚੱਲਦਾ ਰਿਹਾ ਇਹ ਇੱਕ ਉਸ ਖਤਰਨਾਕ ਮੋੜ ਦੇ ਉੱਤੇ ਆ ਕੇ ਖੜ੍ਹਾ ਹੋ ਗਿਆ ਜਾਂ ਚੱਲ ਰਿਹਾ, ਜਿਹਦੇ ਵਿੱਚ ਉਹ ਜਿਹੜੀ ਆਜ਼ਾਦੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੀ ਉਹ ਮਹਿਸੂਸ ਕਰ ਰਹੇ ਆ ਕਿ ਉਹਨਾਂ ਦੀ ਆਜ਼ਾਦੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ ਜਾਊਗੀ ਜਾਂ ਉਹ ਆਜ਼ਾਦੀ ਜਿਹੜੀ ਜਾਂਦੀ ਲੱਗੂਗੀ। ਉਹ ਮੁੜ ਕੇ ਫਿਰ ਉਸ ਗੁਲਾਮੀ ਦੇ ਚੱਕਰ ਵਿੱਚ ਆ ਜਾਣਗੇ, ਕਿਉਂਕਿ ਭਾਰਤ ਵਰਸ਼ ਜਿਹੜਾ ਮੁਲਕ ਆ ਉਹ ਕਿਸਾਨੀ ਪ੍ਰਧਾਨ ਮੁਲਕ ਆ। ਉਹਦੇ ਵਿੱਚ 80% ਦੇ ਕਰੀਬ ਜਿਹੜੇ ਲੋਕ ਆ ਉਹ ਕਿਸਾਨੀ ਦੇ ਨਾਲ ਜੁੜੇ ਆ। ਛੋਟੀ ਛੋਟੀ ਖੇਤੀ ਕਰਦੇ ਆ, ਕਿਸੇ ਕੋਲ 2 ਏਕੜ ਆ, ਕਿਸੇ ਕੋਲ 1 ਏਕੜ ਆ, ਕਿਸੇ ਕੋਲ 5 ਏਕੜ ਆ। ਬੜੇ ਵੱਡੇ ਕਿਸਾਨ ਨਹੀਂ ਗੇ ਹੈਗੇ, ਛੋਟੇ ਛੋਟੇ ਕਿਸਾਨ ਆ ਅਤੇ ਆਬਾਦੀ ਜਿਹੜੀ ਆ ਬਹੁਤ ਜ਼ਿਆਦਾ ਹੈਗੀ ਆ। ਉਹ ਬਹੁਤ ਜ਼ਿਆਦਾ ਆਬਾਦੀ ਜਿਹੜੀ ਆ ਉਹ ਛੋਟੇ ਛੋਟੇ ਕਿਸਾਨਾਂ ਦੇ ਨਾਲ, ਕੋਈ ਕਿਸਾਨ ਆ, ਕੋਈ ਮਜ਼ਦੂਰ ਆ, ਕੋਈ ਉਹਨਾਂ ਦੇ ਕਿੱਤੇ ਦੇ ਨਾਲ ਲੋਹਾਰ, ਤਰਖਾਣ, ਹੋਰ ਜਿਹੜੇ ਜੁੜੇ ਆ ਲੋਕ ਜਾਂ ਜਿਹੜੇ ਜਿਨ੍ਹਾਂ ਨੇ ਡੈਰੀਆਂ ਪਾਈਆਂ, ਇਹ ਸਾਰੇ ਇੱਕੋ ਕੈਟਾਗਰੀ ਦੇ ਵਿੱਚ ਆਉਂਦੇ ਆ ਅਤੇ ਸਾਰੇ ਇੱਕ ਦੂਜੇ ਨਾਲ ਜਿਹੜੇ ਜੁੜੇ ਆ। ਅਤੇ ਇਹਦੇ ਵਿੱਚ ਬਹੁਤ ਗਿਣਤੀ ਜਿਹੜੀ ਆ ਉਹ ਵੀ ਹੈਗੀ ਆ ਕਿ ਜਿਹੜੇ ਸਾਡੇ ਬਾਰਡਰਾਂ ਦੇ ਉੱਤੇ ਨੌਜਵਾਨ ਦੇਸ਼ ਦੀ ਰਾਖੀ ਕਰਦੇ ਆ, ਉਹ ਵੀ ਬਹੁਤ ਗਿਣਤੀ ਜਿਹੜੀ ਆ ਇਹਨਾਂ ਦੇ ਵਿੱਚੋਂ ਗਏ ਆ। ਜਿਹੜੇ ਪੁਲਿਸ ਵਿੱਚ ਆ, CRP ਵਿੱਚ ਆ ਜਾਂ ਹੋਰ ਇੱਦਾਂ ਦੇ ਕਿੱਤਿਆਂ ਦੇ ਵਿੱਚ ਆ, ਜਿਨ੍ਹਾਂ ਨੇ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਅੰਦਰੂਨੀ ਤੌਰ 'ਤੇ ਲੜਨਾ ਹੁੰਦਾ ਫਰੰਟ ਦੇ ਉੱਤੇ, ਉਹ ਸਾਰੇ ਇਹਨਾਂ ਦੇ ਵਿੱਚੋਂ ਆ। ਪਰ ਜਿਹੜੇ ਹਾਲਾਤ ਵਿੱਚ ਇਸ ਸਮੇਂ ਸੰਘਰਸ਼ ਚੱਲ ਰਿਹਾ, ਜਿਹਦੇ ਕਰਕੇ ਸਾਨੂੰ ਬੋਲਣ ਦੀ ਲੋੜ ਪੈ ਰਹੀ ਆ ਕਿ ਉਹ ਇੱਕ ਪਾਸੇ ਤਾਂ ਸਾਡੇ ਬਜ਼ੁਰਗ ਆ, ਦੂਏ ਪਾਸੇ ਉਹਨਾਂ ਦੇ ਹੀ ਬੱਚੇ ਜਿਹੜੇ ਆ ਉਹ ਪੁਲਿਸ ਵਿੱਚ ਆ ਜਾਂ ਉਹ ਆਰਮੀ ਵਿੱਚ ਆ। ਅਤੇ ਇਸ ਟਕਰਾਓ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਆ ਕੁੜੱਤਣ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਪੈਦਾ ਹੋ ਰਹੀ ਆ, ਕਿਉਂਕਿ ਜਿਹਦਾ ਬਾਪ ਜਿਹੜਾ ਆ, ਕਿਉਂਕਿ 180 ਦੇ ਕਰੀਬ ਜਿਹੜੇ ਆ ਇਸ ਵੇਲੇ ਉਹ ਬਾਰਡਰਾਂ ਦੇ ਉੱਤੇ ਜਿਹੜੇ ਬੈਠੇ ਆ ਕਿਸਾਨ ਵੀਰ, ਚਾਹੇ ਉਹ ਮੁਸਲਮਾਨ ਆ, ਚਾਹੇ ਈਸਾਈ ਆ, ਉਹ ਕਿਸਾਨਾਂ ਦੀ ਗੱਲ ਕਰਦੇ ਆਪਾਂ, ਚਾਹੇ ਉਹ ਹਿੰਦੂ ਆ, ਉਹਦੇ ਵਿੱਚ 180 ਦੇ ਕਰੀਬ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਆ। ਅਤੇ ਉਹਨਾਂ ਦੇ ਹੀ ਬੱਚੇ ਜਿਹੜੇ ਆ ਬਾਰਡਰਾਂ ਦੇ ਉੱਤੇ ਬੈਠੇ ਕਿਸੇ ਨਾ ਕਿਸੇ ਤਰੀਕੇ ਨਾਲ ਕੁੜੱਤਣ ਜਿਹੜੀ ਆ ਉਹ ਭਾਵੇਂ ਉੱਥੇ ਜ਼ਾਹਰ ਕੀਤੀ ਆ ਉਹਨਾਂ ਨੇ ਜਾਂ ਨਹੀਂ ਕੀਤੀ, ਜਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਪਰ ਮਨ ਦੇ ਵਿੱਚ ਤਾਂ ਉਹਨਾਂ ਦੇ ਕੁੜੱਤਣ ਕਿਸੇ ਨਾ ਕਿਸੇ ਦਾ ਆ ਸਕਦੇ ਵੀ ਸਾਡਾ ਬਾਪੂ ਜਿਹੜਾ ਹੈ ਜਾਂ ਸਾਡਾ ਬਜ਼ੁਰਗ ਜਿਹੜਾ ਆ ਸਾਡੀ ਖਾਤਰ ਜਾਂ ਆਉਣ ਵਾਲੀ ਪਨੀਰੀ ਦੀ ਖਾਤਰ ਉਹ ਬਾਰਡਰ 'ਤੇ ਬੈਠਾ ਸ਼ਹੀਦ ਹੋ ਗਿਆ। ਅਤੇ ਗੱਲ ਕੀ ਸੀਗੀ ਵੀ ਉਹ ਜਿਹੜੇ ਕਾਨੂੰਨ ਬਣਾਏ ਸੀਗੇ ਉਹ ਕਹਿੰਦੇ ਸਾਨੂੰ ਕਾਨੂੰਨ ਨਹੀਂ ਚਾਹੀਦੇ, ਜਿੱਦਾਂ ਦੇ ਅਸੀਂ ਹੈਗੇ ਹਾਂ ਸਾਨੂੰ ਇਸੇ ਤਰੀਕੇ ਨਾਲ ਰਹਿਣ ਦਿਓ। ਪਰ ਗੌਰਮੈਂਟ ਜਿਹੜੀ ਆ ਜ਼ਬਰਦਸਤੀ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਪੂੰਜੀਪਤੀ ਉੱਥੇ ਕੁਛ ਹੈਗੇ ਆ 5-7-10 ਪਰਿਵਾਰ, ਉਹਨਾਂ ਦੀ ਮਦਦ ਕਰਨ ਵਾਸਤੇ ਇਹ ਸਾਰਾ ਜਿਹੜਾ ਹੈ ਉਹ ਸਿਸਟਮ ਚਲਾਇਆ। ਪਰ ਉਹ ਕਿਸਾਨਾਂ ਦੀ ਅਤੇ ਗੌਰਮੈਂਟ ਦੀ 11-12 ਵਾਰੀ ਜਿਹੜੀ ਆਪਸ ਵਿੱਚ ਗੱਲ ਵੀ ਹੋ ਚੁੱਕੀ ਆ, ਪਰ ਉਸ ਗੱਲ ਦਾ ਨਤੀਜਾ ਜਿਹੜਾ ਆ ਉਹ ਕੋਈ ਨਹੀਂ ਨਿਕਲਿਆ। ਭਾਵੇਂ ਗੌਰਮੈਂਟ ਦੀ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਜ਼ਿਆਦਾ ਤਰਮੀਮਾਂ ਜਿਹੜੀਆਂ ਵੀ ਤਬਦੀਲੀਆਂ ਕਹੋ ਅਸੀਂ ਇਹਦੇ ਵਿੱਚ ਕਰਨ ਨੂੰ ਤਿਆਰ ਹਾਂ, ਤੁਸੀਂ ਮੰਨ ਜਾਓ। ਪਰ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਇੱਕ ਹੋਰ ਮੰਗ ਆ ਕਿ ਜਿਹੜੀ ਸਾਡੀਆਂ ਫਸਲਾਂ ਆ ਉਹਨਾਂ ਦੀ ਕੀਮਤ ਜਿਹੜੀ ਆ ਉਹ ਸਾਨੂੰ ਨਹੀਂ ਦਿੱਤੀ ਜਾ ਰਹੀ,
कई बारी फसल जिहड़ी आ साडी मंडी विच आउंदी आ, लैके आउने आ ते उहनूं खरीददार ही कोई नहीं हुंदा ते सड़कां ते उहदी छड़नी पैंदी आ। कई बारी इन्ना भी हौसला नहीं पैंदा भी खेतां दे विच उत्थे ही रह जांदी आ, उन्हां नूं पता लगदा मंडी 'च साडा कोई मुल उत्थे ही उहनूं बन पैंदी आ। ते इसे हालात विच गुजरदियां मेरे ख्याल पता नहीं ਲੱਖਾਂ ਦੇ ਹਿਸਾਬ ਦੇ ਨਾਲ ਕਿਸਾਨਾਂ ਨੇ ਖੁਦਕਸ਼ੀਆਂ ਕਰ ਲਈਆਂ। ਖੁਦਕਸ਼ੀ ਦਾ ਸ਼ਬਦ ਜਿਹੜਾ ਆ ਜਦੋਂ ਬੰਦੇ ਦੇ ਸੋਚਦਾ ਹੀ ਆ ਤੇ ਉਦੋਂ ਹੀ ਥੋੜਾ ਜਿਹਾ ਕੰਮਦਾ ਕਿ ਇੱਕ ਇਨਸਾਨ ਹੋ ਕੇ ਜਿਹਨੇ ਜਿਹੜੀਆਂ 84 ਲੱਖ ਜੂਨਾਂ ਦਾ ਸਰਦਾਰ ਹੋਵੇ ਤੇ ਉਹ ਖੁਦਕਸ਼ੀ ਕਰੇ, ਜਦੋਂ ਕਿ ਜਿਹੜੀ ਬਾਕੀ 84 ਲੱਖ ਜੂਨਾਂ ਆ ਹੁਣ ਤਾਂ ਕਦੀ ਖੁਦਕਸ਼ੀ ਕੀਤੀ ਨਹੀਂ। ਫਿਰ ਇੱਕ ਇਨਸਾਨ ਜਿਹੜਾ ਉਹਨਾਂ ਸਾਰੀਆਂ ਦਾ ਸਰਦਾਰ ਆ ਉਹ ਖੁਦਕਸ਼ੀ ਕਰੇ ਤੇ ਬੜੀ ਭਿਆਨਕ ਜਿਹੀ ਗੱਲ ਲੱਗਦੀ ਆ, ਬਹੁਤ ਭੈੜੀ ਜਿਹੀ ਗੱਲ ਲੱਗਦੀ ਆ। ਪਰ ਜਿਸ ਨੇ ਖੁਦਕਸ਼ੀ ਕੀਤੀ ਸ਼ਾਇਦ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਰਿਹਾ, ਪਤਾ ਨਹੀਂ ਉਹਨੇ ਕਿੰਨੀਆਂ ਟੱਕਰਾਂ ਮਾਰੀਆਂ ਹੋਣੀਆਂ, ਕਿੰਨੀਆਂ ਸੋਚਣੀਆਂ ਹੋਣਗੀਆਂ, ਪਰ ਕਿਸੇ ਪਾਸੇ ਵੀ ਉਹਨੂੰ ਕੋਈ ਛੋਟੀ ਮੋਟੀ ਵੀ ਕਿਰਨ ਨਹੀਂ ਲੱਭੀ ਜਿਹਦੇ ਨਾਲ ਉਹ ਆਪਣਾ ਜੀਵਨ ਅਗਲਾ ਨਿਭਾ ਸਕੇ। ਇਸ ਕਰਕੇ ਉਹਨੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਤਾ। ਬਹੁਤ ਭਿਆਨਕ ਸਥਿਤੀ ਆ ਤੇ ਇਸ ਸਥਿਤੀ ਦੇ ਵਿੱਚੋਂ ਜਦੋਂ ਲੋਕ ਗੁਜ਼ਰਦੇ ਆ ਤੇ ਮੁਲਕ ਜਿਹੜੇ ਆ ਕਈ ਵਾਰੀ ਬਰਬਾਦ ਹੋ ਜਾਂਦੇ ਆ। ਸਾਨੂੰ ਇਹ ਫਿਕਰ ਵਾਲੀ ਗੱਲ ਲੱਗੀ ਆ ਕਿ ਜਦੋਂ ਉਹ ਸੰਘਰਸ਼ ਜਿਹੜਾ ਭਾਵੇਂ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ, ਪੰਜਾਬ ਦੇ ਲੋਕਾਂ ਨੇ ਸ਼ੁਰੂ ਕੀਤਾ, ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤਾ, ਉਹਦੇ ਵਿੱਚ ਭਾਵੇਂ ਉਹਨਾਂ ਨੂੰ ਅੱਤਵਾਦੀ, ਵੱਖਵਾਦੀ ਜਾਂ ਖਾਲਿਸਤਾਨੀ ਦੇ ਨਾਂ ਦੇ ਨਾਲ ਕਈ ਤਰ੍ਹਾਂ ਪੁਕਾਰਿਆ ਗਿਆ। ਬਾਅਦ ਵਿੱਚ ਉਹ ਜਿਹੜੇ ਪੱਤੇ ਖੇਡੇ ਗਏ ਪਏ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਉਹ ਸਾਰੇ ਖੇਡ ਕੇ ਦੇਖੋ ਸਾਰੇ ਦੇ ਸਾਰੇ ਪੱਤੇ ਫੇਲ ਹੋ ਗਏ। ਕਿਸਾਨਾਂ ਨੇ ਕਿਹਾ ਪਿਆ ਅਸੀਂ ਕਿਸਾਨ ਹੀ ਆ, ਸਾਡਾ ਪਹਿਲਾ ਧਰਮ ਜਿਹੜਾ ਆ ਉਹ ਕਿਸਾਨੀ ਆ। ਪਰ ਇੱਥੇ ਉਹਨਾਂ ਪਤਾ ਜਿਹੜਾ ਆ ਸਾਡੇ ਸਿਆਸੀ ਲੋਕਾਂ ਦਾ ਪਤਾ ਨਹੀਂ ਚੱਲਿਆ। ਉਸ ਤੋਂ ਬਾਅਦ ਇਹ ਜਿਹੜੀ ਆਗਿਆ ਚੱਲਦੀ ਅੱਜ ਅਸੀਂ ਦੇਖਦੇ ਹਾਂ ਸਾਰੇ ਦੇ ਸਾਰੇ ਭਾਰਤ ਵਰਸ਼ ਦੇ ਵਿੱਚ ਇਹ ਸਾਰੇ ਅੰਦੋਲਨ ਜਿਹੜਾ ਗਾਂਹ ਤੋਂ ਗਾਂਹ ਫੈਲਦਾ, ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜੇ ਜਿੰਨੇ ਵੀ ਕਿਸਾਨ ਹੈਗੇ ਆ ਉਹ ਇਹ ਨਹੀਂ ਵੀ ਇਕੱਲੇ ਪੰਜਾਬ ਵਿੱਚ ਖੁਦਕਸ਼ੀਆਂ ਹੋਈਆਂ, ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਹੋਈਆਂ, ਜਿਹੜਾ ਬਹੁਤ ਹੀ ਅਮੀਰ ਏਰੀਆ ਦੱਸਿਆ ਜਾਂਦਾ, ਬੰਬੇ ਜਿਹਨੂੰ ਕਹਿੰਦੇ ਆ, ਹਿੰਦੁਸਤਾਨ ਦਾ ਸਭ ਤੋਂ ਅਮੀਰ ਏਰੀਆ ਗਿਣਿਆ ਜਾਂਦਾ, ਬੜੇ ਸੈਲੀਬ੍ਰੇਟ ਉੱਥੇ ਹੁੰਦੇ ਆ। ਉਸ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਆਈਆਂ ਤੇ ਉਹ ਸਾਰੇ ਦੇ ਸਾਰੇ ਕਿਸਾਨ ਜਿਹੜੇ ਉਹ ਉੱਥੇ ਕਿਉਂ ਮਰੇ, ਕਿਉਂ ਖੁਦਕਸ਼ੀਆਂ ਕੀਤੀਆਂ, ਉਹਦਾ ਸਾਰਿਆਂ ਦਾ ਕਾਰਨ ਲਾ ਪਾ ਕੇ ਇਹ ਹੁੰਦਾ ਕਿ ਜਿੰਨੀ ਵੀ ਉਹ ਮਿਹਨਤ ਕਰਦੇ ਆ ਉਸ ਮਿਹਨਤ ਦਾ ਉਹਨਾਂ ਨੂੰ ਫਲ ਨਹੀਂ ਮਿਲਦਾ ਜਿਹੜਾ ਕਿ ਉਹਨਾਂ ਨੂੰ ਮਿਲਣਾ ਚਾਹੀਦਾ। ਤੇ ਇੱਕ ਬਦਕਿਸਮਤੀ ਵਾਲੀ ਗੱਲ ਸਾਡੀ ਇਹ ਆ ਕਿ ਦੁਨੀਆ ਦੀ ਕੋਈ ਵੀ ਚੀਜ਼ ਕੋਈ ਪੈਦਾ ਕਰਦਾ ਹੈ ਤਾਂ ਉਹ ਆਪਣੇ ਹਿਸਾਬ ਨਾਲ ਗਿਣ ਮਿੱਥ ਕੇ ਉਹਦਾ ਉਹ ਰੇਟ ਫੇਸ ਕਰ ਲੈਂਦਾ ਪਏ ਇੰਨੇ ਵਿੱਚ ਮੈਨੂੰ ਪਈ ਆ, ਇੰਨੇ ਮੈਂ ਗੌਰਮੈਂਟ ਨੂੰ ਦਿੰਨੇ, ਇੰਨਾ ਇਹਦੇ ਤੋਂ ਮੁਨਾਫਾ ਜਿਹੜਾ ਮੈਂ ਲੈਣਾ। ਪਰ ਕਿਸਾਨ ਦੀ ਉਪਜ ਜਿਹੜੀ ਆ, ਜੋ ਕਿਸਾਨ ਉਹ ਪੈਦਾ ਕਰਦਾ, ਉਹਦੀ ਆਪ ਉਹ ਕੀਮਤ ਨਹੀਂ ਲਾ ਸਕਦਾ ਤੇ ਜਿਹੜੇ ਬਾਜ਼ਾਰ ਦੇ ਵਿੱਚ ਉਹ ਕੀਮਤ ਲੱਗਣੀ ਆ ਉਹ ਕੀਮਤ ਇੰਨੀ ਘੱਟ ਹੁੰਦੀ ਆ, ਕਈ ਵਾਰੀ ਉਹਦਾ ਜਿਹੜਾ ਖਰਚਾ ਆ ਉਹਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਤੇ ਉੱਥੇ ਆਮ ਤੌਰ 'ਤੇ ਸਰਕਾਰ ਨੂੰ ਇਹ ਚਾਹੀਦਾ ਕਿ ਉਹਨਾਂ ਦੀ ਕੋਈ ਜਿੰਨੀ ਵੀ ਆਮਦਨ ਉਹਨਾਂ ਦੇ ਖਰਚੇ ਆਏ ਆ ਉਹਨਾਂ ਦੇ ਹਿਸਾਬ ਨਾਲ ਮਿੱਥ ਕੇ ਜੋ ਵੀ ਪਰਸੈਂਟੇਜ ਉਹਨਾਂ ਨੂੰ ਦੇਣੀ ਉਹਨਾਂ ਨੂੰ ਦੱਸ ਦੇਵੇ ਕਿ ਇੰਨੀ ਜਿਹੜੀ ਇਸ ਫਸਲ ਦੀ ਇੰਨੀ ਕੀਮਤ ਹੋਊਗੀ, ਤਾਂ ਕਿ ਉਹ ਖੁਸ਼ੀ ਉਹ ਫਸਲ ਪੈਦਾ ਕਰਕੇ ਲਿਆ ਕੇ ਆਪਣੀ ਜਿਹੜੀ ਆ ਕੀਮਤ ਲੈ ਸਕਣ। ਹੁਣ ਜਿਨ੍ਹਾਂ ਨੇ ਉਹ ਬਿੱਲ ਲੈ ਕੇ ਆਉਂਦੇ ਜਿਹਨਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ, ਉਹਦੇ ਪਿੱਛੇ ਜਿਹੜੀ ਵਰਲਡ ਲੈਵਲ ਦੇ ਉੱਤੇ ਜਿਹੜੇ ਦੂਸਰੇ ਮੁਲਕ ਹੈਗੇ ਆ, ਚਾਹੇ ਅਮਰੀਕਾ, ਚਾਹੇ ਕੈਨੇਡਾ, ਚਾਹੇ ਯੂਰਪ ਆ, ਜਾਂ ਹੋਰ ਕਿਸੇ ਤਰ੍ਹਾਂ ਦੇ ਮੁਲਕ ਹੈਗੇ ਆ, ਉਹ ਉਹਨਾਂ ਦੀ ਮਿਸਾਲ ਦਿੰਦੇ ਆ ਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਕੋਆਪਰੇਟਿਵ ਘਰਾਣੇ ਹੈਗੇ ਆ, ਵੱਡੇ ਘਰਾਣੇ, ਉਹਨਾਂ ਨੇ ਵੱਡੇ ਫਾਰਮ ਬਣਾ ਕੇ ਵੱਡੀਆਂ ਕੰਮ ਕੀਤੇ ਆ। ਅਤੇ ਇਸੇ ਤਰੀਕੇ ਨਾਲ ਅਸੀਂ ਹਿੰਦੁਸਤਾਨ ਦੇ ਵਿੱਚ ਲਿਆਉਣਾ ਚਾਹੁੰਦੇ ਤਾਂ ਕਿ ਸਾਡਾ ਮੁਲਕ ਜਿਹੜਾ ਹੋਰ ਤਰੱਕੀ ਕਰੇ। ਪਰ ਦੇਖਣ ਵਿੱਚ ਆਇਆ ਕਿ ਜਿਹੜੇ ਵੀ ਬਾਕੀ ਮੁਲਕਾਂ ਦੇ ਵਿੱਚ ਆਇਆ ਉਹਨਾਂ ਦੇ ਕਿਸਾਨ ਜਿਹੜੇ ਲੋਕ ਸੀ ਉਹ ਬਰਬਾਦ ਹੀ ਹੋਏ, ਪਰ ਕੁਝ ਘਰਾਣਿਆਂ ਨੇ ਜਿਹੜੀਆਂ ਉਹਨਾਂ ਨੇ ਤਰੱਕੀਆਂ ਕੀਤੀਆਂ, ਆਮ ਕਿਸਾਨ ਜਿਹੜਾ ਉਹਦੇ ਵਿੱਚੋਂ ਕੋਈ ਲਾਭ ਨਹੀਂ ਲੈ ਸਕਿਆ। ਪਰ ਇੱਕ ਜਿਹੜੀ ਗੱਲ ਬਹੁਤ ਹੀ ਸੋਚਣ ਵਾਲੀ ਗੱਲ ਆ ਕਿ ਜਿਹੜੇ ਬਾਕੀ ਮੁਲਕਾਂ ਦੇ ਵਿੱਚ ਕਿਸਾਨਾਂ ਦੀ ਆਬਾਦੀ ਜਿਹੜੀ ਆ, ਜਿਹੜੇ ਧਰਤੀ ਦੇ ਵਿੱਚੋਂ ਫਸਲ ਪੈਦਾ ਕਰਦੇ ਆ, ਉਹਨਾਂ ਦੀ ਜਿਹੜੀ ਆਬਾਦੀ ਆ ਉਹ 6% ਆ, ਜਾਂ 7 ਜਾਂ 8 ਜਾਂ 10% ਹੈ। ਇਹਨੂੰ ਜ਼ਿਆਦਾ ਸਾਰੇ ਮੁਲਕਾਂ ਵਿੱਚ ਨਹੀਂ, ਜਿਹੜੇ ਬਾਹਰਲੇ ਯੂਰਪ ਦੇ ਜਾਂ ਅਮਰੀਕਾ, ਕੈਨੇਡਾ ਜਾਂ ਹੋਰ ਆਸਟ੍ਰੇਲੀਆ ਵਰਗੇ ਮੁਲਕ ਹੈਗੇ ਆ। ਪਰ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਆਬਾਦੀ ਜਿਹੜੀ ਆ ਉਹ 50-60% ਦੇ ਕਰੀਬ ਜਾ ਕੇ ਉਹਨਾਂ ਦੀ ਆਬਾਦੀ ਆ, ਜਿਹੜੇ ਸਿਰਫ ਕੰਮ ਹੀ ਖੇਤੀ ਦਾ ਕਰਦੇ ਆ। ਜਿੱਥੇ ਆਬਾਦੀ ਇੰਨੀ ਆ
ਬਾਕੀ ਸਾਰੇ ਮੁਲਕਾਂ ਦੇ ਹਿਸਾਬ ਨਾਲ ਲਾ ਕੇ ਤੁਸੀਂ ਆਬਾਦੀ ਗਿਣ ਕੇ ਦੇਖੋ, ਤੇ ਜਿਹੜੇ ਸਾਡੇ ਭਾਰਤ ਵਰਸ਼ ਦੀ ਆਬਾਦੀ ਆਉਂਦੀ ਹੈ ਚਾਈਨਾ ਤੋਂ ਬਾਅਦ ਜਿਹੜਾ ਆ ਉਹ ਸਾਡਾ ਹੀ ਨੰਬਰ ਆਉਂਦਾ ਵੀ ਸਾਡੇ ਕੋਲ ਆਬਾਦੀ ਇੰਨੀ ਜ਼ਿਆਦਾ ਹੈ। ਸਾਡੇ ਇੱਥੇ ਤਾਂ ਜਦੋਂ ਕੋਈ ਇਹਨਾਂ ਦੀ ਜਨਰੇਸ਼ਨ ਘਟਦੀ ਆ ਤੇ ਸਭ ਕੁਝ ਸਹੂਲਤਾਂ ਦਿੰਦੇ ਆ, ਜਿਹਦੇ ਇੱਕ ਬੱਚਾ ਉਹਨੂੰ ਇੰਨੇ ਪੈਸੇ ਮਿਲਣਗੇ, ਜਿਹਦੇ 2 ਹੋਣਗੇ ਉਹਨੂੰ ਇੰਨੇ ਮਿਲਣਗੇ, 1.5-3 ਹੋਣਗੇ ਇੰਨੇ। ਜਿੰਨੇ ਬੱਚੇ ਜ਼ਿਆਦਾ ਹੁੰਦੇ ਆਮ ਤੌਰ 'ਤੇ ਉਹਨਾਂ ਨੂੰ ਪੈਸੇ ਗੌਰਮੈਂਟ ਵੱਲੋਂ ਜ਼ਿਆਦਾ ਦਿੱਤੇ ਜਾਂਦੇ ਆ। ਤੇ ਸਾਡੇ ਜਿਹੜੇ ਆ ਉਹ ਉੱਥੇ ਸਭ ਉਲਟ ਕੀਤਾ ਜਾਂਦਾ ਵੀ ਜਿੰਨੇ ਤੁਸੀਂ 2 ਤੋਂ ਬਾਅਦ ਜੇ ਬੱਚੇ ਹੋਣਗੇ ਤਾਂ ਤੁਹਾਡੇ ਤੋਂ ਪਾਬੰਦੀ ਲਾਈ ਜਾਊਗੀ, ਤੁਹਾਨੂੰ ਐਂ ਕੀਤਾ ਜੀ, ਤੁਹਾਨੂੰ ਐਂ ਕੀਤਾ ਜੀ। ਇਹ ਵੀ ਜਿਹੜਾ ਉਹ ਡਿਫਰੈਂਸ ਆ, ਕਿਉਂਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਇੱਕ ਵੱਡਾ ਕਿਸਾਨ ਜਿਹੜਾ ਆ ਉਹ ਆ ਕੇ ਇੰਨੀ ਖੇਤੀ ਨੂੰ ਸਾਂਭ ਲਿਆ, ਕਿਉਂਕਿ ਹੋਰ ਕਿਸਾਨ ਹੈ ਨਹੀਂ, ਕਿਉਂਕਿ ਇਹਨਾਂ ਨੂੰ ਲੇਬਰ ਜਦੋਂ ਕੰਮ ਇਹਨਾਂ ਦੇ ਹੁੰਦੇ ਆ ਇਹਨਾਂ ਨੂੰ ਲੇਬਰ ਬਾਹਰਲੇ ਮੁਲਕਾਂ 'ਚ ਲੈ ਕੇ ਆਉਣੀ ਪੈਂਦੀ ਆ। ਬਾਹਰਲੇ ਦੂਸਰੇ ਮੁਲਕਾਂ 'ਚੋਂ ਉਹ 2 ਮਹੀਨੇ ਲਈ, 4 ਮਹੀਨੇ ਲਈ, 6 ਮਹੀਨੇ ਲਈ ਉਹ ਲੇਬਰ ਜਿਹੜੀ ਆ ਇਹ ਮੰਗਾਉਂਦੇ ਆ। ਪਰ ਸਾਡੇ ਮੁਲਕ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ। ਸਾਡੇ ਮੁਲਕ ਦੇ ਤਾਂ ਲੋਕ ਬਾਹਰ ਕੰਮ ਕਰਨ ਜਾਂਦੇ, ਬਾਹਰਲੇ ਮੁਲਕਾਂ ਦੇ ਵਿੱਚ ਕੰਮ ਕਰਨ ਜਾਂਦੇ ਆ। ਇਹ ਜਿਹੜਾ ਡਿਫਰੈਂਸ ਹੈ ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਹੈ। ਸਾਡੀ ਆਬਾਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ। ਅਸੀਂ ਜੇ ਉਹੋ ਹੀ ਫਾਰਮੂਲਾ ਜਿਹੜਾ ਬਾਹਰਲੇ ਮੁਲਕਾਂ ਵਿੱਚ ਵਰਤਿਆ ਜਾਂਦਾ, ਜੇ ਅਸੀਂ ਆਪਣੇ ਮੁਲਕ ਦੇ ਵਿੱਚ ਲਿਜਾ ਕੇ ਉਹਨੂੰ ਵਰਤਾਂਗੇ ਤੇ ਜਿਹੜੇ ਸਾਡੇ ਗਰੀਬ ਕਿਸਾਨ ਆ, ਮਜ਼ਦੂਰ ਆ, ਸਾਡੀ ਲੇਬਰ ਆ, ਉਹ ਸਾਰੇ ਦੇ ਸਾਰੇ ਭੁੱਖੇ ਮਰਨਗੇ, ਸੜਕਾਂ ਦੇ ਉੱਤੇ ਆਉਣਗੇ, ਖੁਦਕਸ਼ੀਆਂ ਕਰਨਗੇ। ਉਹੀ ਹਾਲ ਹੈ ਅੱਜ ਜਿਹੜੇ ਬਾਰਡਰਾਂ ਦੇ ਉੱਤੇ ਆ ਕੇ ਬੈਠੇ ਆ, ਕੋਈ 50 ਸਾਲ ਦਾ, ਕੋਈ 60 ਸਾਲ ਦਾ, ਕੋਈ 70 ਸਾਲ ਦਾ, 80 90 ਸਾਲ ਦੇ ਬੀਬੀਆਂ ਬਜ਼ੁਰਗ ਜਿਹੜੇ ਸਾਡੇ ਉੱਥੇ ਬੈਠੇ ਤੰਬੂਆਂ ਦੇ ਵਿੱਚ, ਇੰਨੀ ਠੰਡ ਦੇ ਵਿੱਚ ਵੀ ਬੈਠੇ ਆ, ਉਹ ਆਪਣੀ ਸਿਰ ਧਰ ਦੀ ਬਾਜੀ ਲਾਈ ਬੈਠੇ ਆ। ਉਹ ਕਹਿੰਦੇ ਮਰਨਾ ਕਬੂਲ ਆ, ਘਰ ਬਹਿ ਕੇ ਵੀ ਤਾਂ ਅਸੀਂ ਭੁੱਖੇ ਮਰਨਾ, ਉਹਨਾਂ ਨੂੰ ਬਿਹਤਰ ਆ ਕਿ ਅਸੀਂ ਇੱਥੇ ਮਰਾਂਗੇ, ਇੱਥੇ ਸ਼ਹੀਦ ਹੋਵਾਂਗੇ। ਕਿਉਂਕਿ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਭਵਿੱਖ ਆ ਉਹ ਜਿਹੜਾ ਬਹੁਤ ਧੁੰਦਲਾ ਨਜ਼ਰ ਆਉਂਦਾ। ਪਰ ਜਿਹੜੇ ਸਾਡੇ ਰਾਜ ਕਰਨ ਵਾਲੇ ਆ ਉਹਨਾਂ ਨੂੰ ਉਹ ਚੀਜ਼ ਜਿਹੜੀ ਆ ਸਮਝ ਨਹੀਂ ਆਉਂਦੀ। ਉਹਨਾਂ ਨੂੰ ਉਹ ਕਾਲੇ ਕਾਨੂੰਨਾਂ ਵਿੱਚ ਪੁੱਛਦੇ ਆ ਵੀ ਦੱਸੋ ਇਹਦੇ 'ਚ ਕਾਲਾ ਕੀ ਆ। ਉਹ ਪੁੱਛਦੇ ਆ ਵੀ ਦੱਸੋ ਤੁਸੀਂ ਸਾਰੇ ਇਹਨੂੰ ਕਹਿੰਦੇ ਆ ਕਾਲਾ ਕਾਨੂੰਨ ਹੈ, ਵੀ ਇਹਦੇ ਕਾਨੂੰਨਾਂ ਵਿੱਚ ਕਾਲਾ ਕੀ ਆ। ਜਦੋਂ ਕਿ ਜਿਹੜੀਆਂ 10-12 ਵਾਰੀ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਕਿਸਾਨ ਜਿਹੜੇ ਆ ਸਾਰੇ ਦੱਸ ਚੁੱਕੇ ਵੀ ਆਹ ਵੀ ਗਲਤ, ਆਹ ਵੀ ਗਲਤ, ਆਹ ਵੀ ਗਲਤ, ਆਹ ਵੀ ਗਲਤ। ਪਰ ਜੇ ਉਹ ਤੁਸੀਂ ਆਪ ਖੁਦ ਮੰਨਦੇ ਆ ਵੀ ਅਸੀਂ ਆਹ ਵੀ ਚੇਂਜ ਕਰ ਦੇਵੇਂ, ਆਹ ਵੀ ਚੇਂਜ ਕਰਦੇ, ਆਹ ਵੀ ਚੇਂਜ ਕਰਦੇ, ਇਹਦਾ ਮਤਲਬ ਤੁਹਾਨੂੰ ਪਤਾ ਵੀ ਉਹਦੇ ਵਿੱਚ ਕੀ ਕੀ ਗਲਤ ਹੈ। ਫਿਰ ਤੁਸੀਂ ਕੱਲ੍ਹ ਹੀ ਪੁੱਛਦੇ ਆ ਵੀ ਇਹਦੇ ਵਿੱਚ ਗਲਤ ਕੀ ਆ, ਜਦ ਤੁਸੀਂ ਆਪ ਖੁਦ ਮੰਨ ਗਏ ਆ ਵੀ ਅਸੀਂ ਸਾਰੀ ਤਰਮੀਮ ਕਰਨ ਨੂੰ ਤਿਆਰ ਆ, ਪਰ ਕਾਨੂੰਨ ਸਾਨੂੰ ਬਦਲਣ ਲਈ ਨਾ ਕਹੋ, ਇਹਨੂੰ ਖਤਮ ਕਰਨ ਲਈ ਨਾ ਕਹੋ। ਫਿਰ ਤੁਹਾਨੂੰ ਪਤਾ ਤਾਂ ਹੈ ਉਹਦੇ ਵਿੱਚ ਕੀ ਕਾਲਾ, ਫਿਰ ਤੁਸੀਂ ਕਿਉਂ ਉੱਥੇ ਜਾ ਕੇ ਝੂਠ ਬੋਲਦੇ ਆ। ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਜੇ ਇਸੇ ਤਰੀਕੇ ਨਾਲ ਇਹ ਹੋਰ ਥੋੜ੍ਹੀ ਦੇਰ ਇਹ ਸੰਘਰਸ਼ ਲੰਮਾ ਚੱਲਦਾ ਰਿਹਾ, ਇਹਦੇ ਨਾਲ ਸਾਡੇ ਮੁਲਕ ਦਾ ਕਾਫੀ ਨੁਕਸਾਨ ਹੋ ਸਕਦਾ, ਹੁਣ ਵੀ ਹੋ ਰਿਹਾ। ਕਿਉਂਕਿ ਇਹਦੇ ਨਾਲ ਇਕੱਲਾ ਗਰੀਬਾਂ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਫਰਕ ਨਹੀਂ ਪੈਂਦਾ, ਜਿੰਨੇ ਵੀ ਲੇਬਰ ਤਬਕਾ ਦੂਸਰੇ ਬੰਦੇ ਹੈਗੇ ਆ ਉਹਨਾਂ ਸਾਰਿਆਂ ਤੋਂ ਨੁਕਸਾਨ ਪੈਂਦਾ ਜਦੋਂ ਕੋਈ ਚੀਜ਼ ਖੁੱਲ੍ਹੇ ਤੌਰ 'ਤੇ ਮਿਲਦੀ ਆ। ਕਿਉਂਕਿ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ, ਅਸੀਂ ਵੀ ਜਦੋਂ ਕੋਈ ਚੀਜ਼ ਲੈਣੀ ਹੁੰਦੀ ਸੀ ਬਾਜ਼ਾਰ ਤੋਂ ਤੇ ਸਿਰਫ ਕਣਕ ਲੈ ਕੇ ਜਾਈਦੀ ਸੀ। ਕਣਕ ਜਾ ਕੇ ਦੁਕਾਨ ਵਾਲੇ ਨੂੰ ਦੇਣੀ, ਦੁਕਾਨ ਵਾਲੇ ਨੇ ਕਹਿਣਾ ਦੱਸੋ ਕੀ ਚਾਹੀਦਾ, ਉਹਦੇ ਵੱਟੇ ਉਹ ਸਾਨੂੰ ਕਣਕ ਦੇ ਵੱਟੇ ਉਹ ਸਾਨੂੰ ਦੇ ਦਿੰਦਾ ਸੀ। ਕੋਈ ਰੇਹੜੀ ਵਾਲਾ ਆਉਂਦਾ ਸੀ, ਸਬਜ਼ੀਆਂ ਵੇਚਣ ਵਾਲਾ ਆਉਂਦਾ ਸੀ, ਅਸੀਂ ਉਹਨੂੰ ਜਾ ਕੇ ਕਣਕ ਦੇ ਦੇਣੀ, ਉਨੀ ਕਣਕ ਦੇ ਵੱਟੇ ਉਹਨੂੰ ਸਾਨੂੰ ਦਾਲ ਸਬਜ਼ੀ ਦੇ ਦਿੰਦਾ ਸੀ, ਜੋ ਵੀ ਸਾਨੂੰ ਚਾਹੀਦੀ ਹੁੰਦੀ ਸੀ ਉਹ ਸਾਨੂੰ ਚੀਜ਼ ਸਾਨੂੰ ਦੇ ਦਿੰਦਾ ਸੀ। ਪਰ ਅੱਜ ਦਾ ਜ਼ਮਾਨਾ ਜਿਹੜਾ ਆ ਉਹ ਇਸ ਤਰੀਕੇ ਨਾਲ ਗਾਂਹ ਇੰਨੀ ਤਰੱਕੀ ਦੇ ਨਾਲ ਤਰੀਕੇ ਨਾਲ ਵੱਧਦਾ ਪਿਆ। ਹੋਰ ਇੱਥੇ ਤੱਕ ਸਾਡੀ ਬਦਨਾਮੀ ਹੋ ਗਈ। ਅਸੀਂ ਬੜੇ ਫਖਰ ਨਾਲ ਕਹਿੰਦੇ ਵੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਾਡੇ ਮੁਲਕ ਦੇ ਵਿੱਚ ਆ। ਉਹ ਜਿਹੜੇ ਸਾਡੇ ਕਿਸਾਨ ਵੀਰ ਭੈਣਾਂ ਮਾਵਾਂ ਸਾਡੀਆਂ ਉੱਥੇ ਬੈਠੀਆਂ, ਭਾਵੇਂ ਕਿਸੇ ਧਰਮ ਨਾਲ ਵੀ ਸੰਬੰਧ ਹੋਣ, ਉਹਨਾਂ ਦੇ ਉੱਤੇ ਬੈਰੀਕੇਡਿੰਗ ਇੱਦਾਂ ਦੀ ਕਰਤੀ ਗਈ, ਐਡੇ ਐਡੇ ਵੱਡੇ ਲੋਹੇ ਦੀਆਂ ਸਿੱਖਾਂ ਖੜੀਆਂ ਕਰਤੀਆਂ ਗਈਆਂ, ਕੰਡਿਆਂ ਵਾਲੀਆਂ ਤਾਰਾਂ ਲਾਤੇ ਗਈਆਂ, ਧਰਤੀ ਵਿੱਚ ਐਡੇ ਐਡੇ ਵੱਡੇ ਕਿੱਲ ਲਾਤੇ, ਆਸੇ ਪਾਸੇ ਸੀਮੈਂਟ ਲਾਤਾ। ਦੁਨੀਆ ਵਿੱਚ ਉਹਦਾ ਕੀ ਮੈਸੇਜ ਜਾਂਦਾ? ਉਹਦੇ ਨਾਲ ਨੁਕਸਾਨ ਕਿਹਦਾ ਹੁੰਦਾ? ਇਹ ਜਿਹੜੇ ਗੱਦੀਆਂ 'ਤੇ ਬੈਠੇ ਇਹਨਾਂ ਤੇ ਅੱਜ ਬੈਠੇ ਆ, ਹੋਰ 2 ਸਾਲ ਸੇ 7 ਸਾਲ ਸੇ ਇਹਨਾਂ ਚੱਲ ਜਾਣਾ। ਪਰ ਜਿਹੜਾ ਨੁਕਸਾਨ ਜਿਹੜਾ ਧੱਬਾ ਲੱਗ ਜਾਣਾ ਭਾਰਤ ਵਰਸ਼ ਦੇ ਉੱਤੇ ਵੀ ਇਹ ਜਿਹੜਾ ਡੈਮੋਕ੍ਰੇਸੀ ਵਾਲਾ ਮੁਲਕ ਸੀਗਾ ਉਹਦਾ ਕੀ ਹਾਲ ਹੋਊਗਾ? ਤੇ ਦੂਏ ਪਾਸੇ ਜੇ ਉਹਨਾਂ ਨੇ ਕਿੱਲ ਲਾਤੇ, ਕਿੱਲ ਕਾਹਦੇ ਵਾਸਤੇ ਲਾ ਰਹੇ ਆ? ਉਹ ਜਿਹੜੇ ਕਿਸਾਨ ਹੈ ਉਹ ਤਾਂ ਵਿਚਾਰੀ ਆਪਣੀ ਜਾਨ ਨੂੰ ਤੇ ਦਿਨ ਬੈਠੋ ਕਿ ਸਾਡੀ ਜਾਨ ਲੈ ਲਓ, ਪਰ ਕਾਨੂੰਨ ਜਿਹੜੇ ਪਾਸ ਕਰ ਦਿਓ। ਤੇ ਤੁਸੀਂ ਉਹਨਾਂ ਵਾਸਤੇ ਕਿੱਲ ਲਾ ਰਹੇ ਹੋ ਕਿ ਤੁਸੀਂ ਤਾਂ ਨੰਗੇ ਪੈਰ ਵੀ ਨਾ ਸਕਦੇ, ਕੋਈ ਬੂਟ ਪਾ ਕੇ ਵੀ ਨਾ ਸਕਦਾ, ਤੁਸੀਂ ਆਪਣੀ ਗੱਡੀ ਵੀ ਇੱਧਰ ਨਹੀਂ ਲੰਘਾ ਸਕਦੇ, ਕੋਈ ਇਹਦੇ ਵਿੱਚ ਐਂਟਰ ਨਹੀਂ ਹੋ ਸਕਦਾ, ਕੋਈ ਇਹਦੇ ਵਿੱਚ ਬਾਹਰ ਨਹੀਂ ਜਾ ਸਕਦਾ। ਆਪਣੇ ਹੀ ਮੁਲਕ ਦੇ ਵਿੱਚ ਤੁਸੀਂ ਇਹ ਕਰ ਰਹੇ ਹੋ। ਸ਼ਾਬਾਸ਼ ਹੈ ਉਹਨਾਂ ਕਿਸਾਨਾਂ ਦੇ, ਉਹਨਾਂ ਦੀ ਸੋਚ ਦੇ, ਜਿਨ੍ਹਾਂ ਨੇ
ਉਹ ਕਿੱਲਾਂ ਦੇ ਨਾਲ ਹੀ ਆਸੇ-ਪਾਸੇ ਆਪਣੇ ਪਿੰਡਾਂ ਦੇ ਵਿੱਚੋਂ ਥੋੜ੍ਹੀ ਮਿੱਟੀ ਲਿਆ ਕੇ ਉੱਥੇ ਨਾਲ ਹੀ ਕਿਆਰੀਆਂ ਬਣਾ ਕੇ ਉੱਥੇ ਫੁੱਲ ਵੀ ਦਿੱਤੇ। ਜਿਹੜਾ ਕੰਮ ਅਸੀਂ ਉਹਨਾਂ ਨੂੰ ਕਰਕੇ ਦੇਣਾ ਸੀ, ਉਹਨਾਂ ਦਾ ਮਨ ਜਿੱਤਣ ਲਈ, ਉਹਨਾਂ ਕਿਸਾਨਾਂ ਦਾ ਮਨ ਜਿੱਤਣ ਲਈ ਗੌਰਮੈਂਟ ਦਾ ਕੰਮ ਸੀਗਾ। ਉਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈਂਦੇ, ਸਮਝਾਉਂਦੇ ਤੇ ਜੋ ਕਹਿੰਦੇ ਉਹ ਕਰ ਦਿੰਦੇ। ਉਹਨਾਂ ਨਾਲ ਨਾ ਕਿਸੇ ਇੱਕ ਥੋੜ੍ਹੀ ਬਹੁਤੀ ਕਰ ਲੈਂਦੇ, ਪਰ ਤੁਸੀਂ ਕੰਡੇ ਲਾ ਕੇ ਤਾਂ ਹੋਰ ਉਹਨਾਂ ਦੇ ਦਿਲਾਂ ਦੇ ਵਿੱਚ ਕੰਡੇ ਬੀਜ ਦਿੱਤੇ, ਲੋਕਾਂ ਦੇ ਦਿਲਾਂ ਵਿੱਚ ਕੰਡੇ ਬੀਜ ਦਿੱਤੇ। ਲੋਕਾਂ ਦੇ ਜਿਹੜੇ ਬੜੇ ਸੈਲੀਬ੍ਰੇਟ ਹੈਗੇ ਸੀ, ਤਗੜੇ ਜਿਹਨਾਂ ਦਾ ਨਾਂ ਚੱਲਦਾ ਸੀ, ਉਹਨਾਂ ਨੇ ਸਾਡੇ ਮੁਲਕ ਦੇ ਉੱਤੇ ਉਂਗਲੀਆਂ ਚੱਕਣੀਆਂ ਸ਼ੁਰੂ ਕਰਤੀਆਂ। ਤੇ ਦੋਸ਼ੀ ਇਹਦੇ ਵਿੱਚ ਕੌਣ ਹੈ? ਆਮ ਲੋਕ ਤਾਂ ਉੱਥੇ ਦੋਸ਼ੀ ਨਹੀਂ ਗਏ, ਪਰ ਸ਼ਾਬਾਸ਼ ਉਹਨਾਂ ਕਿਸਾਨਾਂ ਦੇ ਜਿਨ੍ਹਾਂ ਨੇ ਉਸ ਮਿੱਟੀ ਲਿਆ ਕੇ ਆਪਣੇ ਪਿੰਡਾਂ ਵਿੱਚੋਂ, ਆਪਣੇ ਘਰਾਂ ਦੇ ਵਿੱਚੋਂ, ਆਪਣੇ ਖੇਤਾਂ ਦੇ ਵਿੱਚੋਂ ਉਹਦੇ ਵਿੱਚ ਫੁੱਲ ਲਾਉਣੇ ਸ਼ੁਰੂ ਕਰਤੇ। ਇੱਕ ਪਾਸੇ ਕੰਡੇ ਲੱਗੇ ਆ, ਦੂਸਰੇ ਪਾਸੇ ਫੁੱਲ ਲੱਗੇ ਆ। ਜਿਨ੍ਹਾਂ ਨੂੰ ਅੱਤਵਾਦੀ, ਵੱਖਵਾਦੀ, ਉਗਰਵਾਦੀ ਤੇ ਇੱਦਾਂ ਦੇ ਇਲਜ਼ਾਮ ਉਹਨਾਂ ਉੱਤੇ ਲਾਏ ਜਾ ਰਹੇ ਆ, ਉਹ ਫੁੱਲ ਲਾ ਰਹੇ ਆ। ਤੇ ਜਿਹੜੇ ਇਲਜ਼ਾਮ ਲਾਉਂਦੇ ਆ ਵੀ ਤੁਸੀਂ ਅੱਤਵਾਦੀਆਂ, ਵੱਖਵਾਦੀ, ਉਹ ਕੰਡੇ ਬੀਜ ਰਹੇ ਆ। ਹੁਣ ਦੱਸੋ ਵੀ ਇਹਨਾਂ ਵਿੱਚੋਂ ਅੱਤਵਾਦੀ, ਵੱਖਵਾਦੀ ਕੌਣ ਆ ਤੇ ਇਹਨਾਂ ਵਿੱਚੋਂ ਸਹੀ ਇਨਸਾਨ, ਜਿਹੜੇ ਚੰਗੇ ਇਨਸਾਨ ਆ, ਬੀਬੇ ਇਨਸਾਨ ਆ, ਜਾਂ ਮੁਲਕ ਦਾ ਭਲਾ ਕਰਨ ਵਾਲੇ, ਉਹ ਕੌਣ ਆ? ਸਿਰਫ ਇੱਕ ਗੱਲ ਨੂੰ ਫੜ ਕੇ ਉਹ ਆਪੇ ਹੀ ਉਹਨੂੰ ਗਿਰੇ ਵਿੱਚ ਬਣਾ ਕੇ, ਜੇ ਉੱਥੇ 26 ਜਨਵਰੀ ਦੇ ਵਿੱਚ ਤਿਰੰਗੇ ਦੇ ਲਾਗੇ ਤੇ ਦੂਸਰੇ ਖੰਭੇ ਦੇ ਉੱਤੇ ਜਿਹੜਾ ਲਾਗੇ ਹੋਰ ਕੇ ਖੰਭਾ ਸੀਗਾ ਉਹਦੇ ਉੱਤੇ ਕਿਸਾਨੀ ਝੰਡਾ ਤੇ ਜਾਂ ਨਿਸ਼ਾਨ ਸਾਹਿਬ ਚਲਾ ਦਿੱਤਾ, ਉਹਨੂੰ ਐਡਾ ਵਿਸ਼ੇ ਤਰੀਕੇ ਨਾਲ ਬਣਾ ਦਿੱਤਾ ਕਿ ਜਿੱਦਾਂ ਕਿਤੇ ਕੋਈ ਬੰਬ ਡੇ ਪਿਆ ਹੁੰਦਾ, ਨਿਊਕਲੀਅਰ ਡੇ ਪਿਆ ਹੁੰਦਾ, ਕੀ ਹੋ ਗਿਆ ਹੁੰਦਾ। ਵੀ ਜਿਹੜਾ ਕਿਸਾਨੀ, ਜਿਹੜਾ ਤਿਰੰਗਾ ਝੰਡਾ ਉੱਥੇ ਸਾਡਾ ਝੂਲਦਾ ਪਿਆ, ਜਿਹਦੇ ਲਈ ਕੁਰਬਾਨੀਆਂ ਕੀਤੀਆਂ, ਜਰਾ ਸੋਚ ਕੇ ਦੇਖੋ ਤਾਂ ਪੁੱਛ ਕੇ ਦੇਖੋ। ਜਦੋਂ ਪੰਜਾਬ ਵਾਲੇ ਆਏ ਸੀ ਤੇ ਹਰਿਆਣੇ ਵਾਲਿਆਂ ਨੇ ਜੱਫੀ ਪਾਈ, ਇਹ ਕਹਿੰਦੇ ਸੀਗੇ ਇਹ ਸਾਡੇ ਵੱਡੇ ਭਰਾ ਆ, ਅਸੀਂ ਇਹਨਾਂ ਦੇ ਛੋਟੇ ਭਰਾ ਆ, ਉਹਨਾਂ ਨੇ ਜੱਫੀਆਂ ਪਾ ਲਈਆਂ। ਜਿਹੜੀ ਹਿੰਦੂ, ਮੁਸਲਮਾਨ, ਸਿੱਖ ਦੇ ਨਾਂ ਦੇ ਉੱਤੇ ਝਗੜੇ ਹੁੰਦੇ ਸੀਗੇ, ਅੱਜ ਉਸ ਝਗੜੇ ਸਾਰੇ ਖਤਮ ਹੋ ਗਏ। ਅੱਜ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ ਹਨ ਭਾਈ, ਉਹਨਾਂ ਨੇ ਜੱਫੀਆਂ ਪਾਈ ਫਿਰਦੇ ਆ। ਤੇ ਜੇ ਦੋ ਨਿਸ਼ਾਨ, ਇੱਕ ਕਿਸਾਨੀ ਤੇ ਇੱਕ ਨਿਸ਼ਾਨ ਸਾਹਿਬ ਉੱਥੇ ਇਕੱਠੇ ਲੱਗ ਗਏ ਸੀਗੇ ਤੇ ਤਿਰੰਗੇ ਤਾਂ ਹੋਰ ਖੁਸ਼ੀ ਹੋਈ ਸੀ, ਮੇਰੇ ਛੋਟੇ ਭਰਾ ਆ ਗਏ, ਜਾਂ ਮੇਰੇ ਨਾਲ ਮੇਰੇ ਸਾਥੀ ਆ ਗਏ, ਜਾਂ ਮੈਨੂੰ ਸਹਾਰਾ ਦੇਣ ਵਾਲੇ ਆ ਗਏ, ਜਿਹਨਾਂ ਮੇਰੇ ਕੋਲ ਉਹਨਾਂ, ਕਿਉਂਕਿ ਹਰਾ ਵੀ ਰੰਗ ਪਹਿਲਾਂ ਉਹਦੇ ਵਿੱਚ ਹੈਗਾ ਤੇ ਕੇਸਰੀ ਰੰਗ ਵੀ ਉੱਥੇ ਹੈਗਾ, ਜਿਹੜੇ ਕੁਰਬਾਨੀ ਕੀਤੀਆਂ। ਤੇ ਮੈਂ ਪਹਿਲੇ ਐਪੀਸੋਡ ਵਿੱਚ ਇਹ ਬੇਨਤੀ ਕੀਤੀ ਸੀ ਕਿ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੋਵੇ ਉੱਥੇ ਤਾਂ ਇਹ ਹੋ ਜਾਂਦਾ ਵੀ ਜਿੱਥੇ ਨਿਮਾਣੇ ਨੂੰ ਮਾਣ ਮਿਲਦਾ, ਨਿਤਾਣੇ ਨੂੰ ਤਾਣ ਮਿਲਦਾ, ਭੁੱਖੇ ਨੂੰ ਰੋਟੀ ਮਿਲਦੀ ਆ, ਕਿਸੇ ਦੀ ਇੱਜ਼ਤ ਲਾਜ ਪਤ ਨਹੀਂ ਲੁੱਟੀ ਜਾਂਦੀ, ਉੱਥੇ ਤਾਂ ਇੱਦਾਂ ਦੇ ਨਿਸ਼ਾਨ ਸਾਹਿਬ ਨੂੰ ਤਾਂ ਦੁਨੀਆ ਤਰਸਦੀ ਆ। ਔਰ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਹੈ ਉੱਥੇ ਨਿਸ਼ਾਨ ਸਾਹਿਬ ਝੂਲਦੇ ਆ, ਉੱਥੇ ਨਿਮਾਣੇ ਨੂੰ ਮਾਣ ਮਿਲਦਾ, ਭੁੱਖੇ ਨੂੰ ਰੋਟੀ ਮਿਲਦੀ, ਆਏ ਨੂੰ ਆਸਰਾ ਮਿਲਦਾ। ਤੇ ਕਿਹੜੀ ਉੱਥੇ ਆਖਰ ਆ ਗਈ ਸੀ? ਸਾਡੀਆਂ ਸਾਰੀਆਂ ਸਰਹੱਦਾਂ ਦੇ ਉੱਤੇ ਨਿਸ਼ਾਨ ਸਾਹਿਬ ਝੁਲਦੇ ਆ। ਜੇ ਕਿਸਾਨੀ ਵੀਰਾਂ ਨੇ ਆਪਣਾ ਕਿਸਾਨੀ ਦਾ ਝੰਡਾ ਹੀ ਲਾ ਦਿੱਤਾ ਤੇ ਸਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਸੀ। ਸਾਡੀ ਸਟਰੈਂਥ ਵਧੀ, ਸਾਡੀ ਤਾਕਤ ਵਧੀ। ਜੇ ਕੋਈ ਤਿਰੰਗੇ ਨੂੰ ਲਾਉਂਦਾ ਤੇ ਠੀਕ ਹੈ, ਅਪਮਾਨ ਵਾਲੀ ਗੱਲ ਸੀ। ਪਰ ਤਿਰੰਗੇ ਦੇ ਨਾਲ ਹੋਰ ਥਾਂ ਤੇ ਲਾਤਾ ਤੇ ਉਸ ਨੂੰ ਅੱਗ ਦੇ ਰੂਪ ਦੇ ਵਿੱਚ, ਜ਼ਹਿਰ ਦੇ ਰੂਪ ਦੇ ਵਿੱਚ ਨਹੀਂ ਸੀ ਸਾਨੂੰ ਉੱਗਣਾ ਚਾਹੀਦਾ। ਸਾਨੂੰ ਸਾਡੇ ਮੁਲਕ ਦੇ ਬਾਰੇ ਸੋਚਣਾ ਚਾਹੀਦਾ, ਸਾਨੂੰ ਸਾਡੇ ਭਾਰਤ ਵਾਸਤੇ, ਸਾਡੇ ਇੰਡੀਆ ਵਾਸਤੇ ਸੋਚਣਾ ਚਾਹੀਦਾ। ਉਹਨਾਂ ਮਾਣ ਸਤਿਕਾਰ ਬਣਾਉਣਾ ਬਹੁਤ ਔਖਾ ਹੁੰਦਾ। ਬੜੀਆਂ ਕੁਰਬਾਨੀਆਂ ਦੇ ਕੇ ਇਹ ਮਾਣ ਸਤਿਕਾਰ ਪ੍ਰਾਪਤ ਕੀਤਾ ਸੀਗਾ, ਇਹ ਆਜ਼ਾਦੀ ਅਸੀਂ ਪ੍ਰਾਪਤ ਕੀਤੀ ਸੀ। ਮੇਰੀ ਬੇਨਤੀ ਆ, ਜਿਹੜੇ ਇਸ ਵੇਲੇ ਉੱਥੇ ਕੁਰਸੀਆਂ 'ਤੇ ਬੈਠੇ ਹਨ, ਆਪਣੇ ਆਪ ਨੂੰ ਇੰਡੀਆ ਦੇ, ਭਾਰਤ ਦੇ ਮਾਲਕ ਸਮਝਦੇ ਹਨ, ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ। ਪਤਾ ਨਹੀਂ ਕੱਲ੍ਹ ਨੂੰ ਸਾਹ ਆਉਣਾ ਜਾਂ ਨਹੀਂ ਆਉਣਾ, ਇਹ ਸਾਰਾ ਕੁਝ ਉੱਪਰ ਵਾਲੇ ਦੇ ਹੱਥ ਵਿੱਚ ਆ। ਜੇ ਹਿਟਲਰ ਵਰਗੇ ਨਹੀਂ ਰਹੇ ਇੱਥੇ, ਇਹ ਸਦਾਮ ਹੁਸੈਨ ਵਰਗੇ ਨਹੀਂ ਰਹੇ, ਤੇ ਹੋਰ ਲੋਕ ਜਿਹੜੇ ਆ ਬੜੇ ਤਕੜੇ ਰਾਜੇ ਮਹਾਰਾਜੇ ਹੋਏ, ਉਹ ਨਹੀਂ ਰਹੇ, ਰਹਿਣਾ ਤੁਸੀਂ ਵੀ ਨਹੀਂ। ਪਰ ਜਿਹੜੇ ਚੰਗੇ ਮਾੜੇ ਕਰਮ ਕੀਤੇ ਹੁੰਦੇ ਆ ਉਹ ਜ਼ਰੂਰ ਰਹਿ ਜਾਂਦੇ ਆ। ਇਸ ਕੌਮ, ਜਿਹੜਾ ਸਾਰਾ ਭਾਰਤ ਵਰਸ਼ ਦਾ ਜਿਹੜਾ ਸਾਡਾ ਸੋਹਣਾ ਸਮਾਜ ਆ, ਸੋਹਣਾ ਗੁਲਦਸਤਾ ਹੈ, ਜਿਹਦੇ ਵਿੱਚ ਸਾਰੀਆਂ ਭਾਸ਼ਾਵਾਂ, ਸਾਰੇ ਧਰਮ, ਸਾਰੇ ਵਰਗ, ਸਾਰੇ ਰੰਗ ਦੇ ਲੋਕ ਉੱਥੇ ਇਕੱਠੇ ਰਹਿੰਦੇ ਆ, ਪਿਆਰ ਦੇ ਨਾਲ ਰਹਿੰਦੇ ਆ। ਉਹਨਾਂ ਨੂੰ ਪਿਆਰ ਤੇ ਇਕੱਠੇ ਰਹਿਣ ਵਿੱਚ ਸਹਿਯੋਗ ਕਰੋ। ਉਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਮੰਗੋ, ਤਾਂ ਕਿ ਸਾਡਾ ਭਾਰਤ ਵਰਸ਼ ਜਿਹੜਾ ਆ ਉਹ ਤਰੱਕੀ ਕਰ ਸਕੇ, ਆਜ਼ਾਦੀ ਨਾਲ ਰਹਿ ਸਕੇ, ਉੱਥੇ ਲੋਕ ਜਿਹੜੇ ਖੁਸ਼ਹਾਲ ਰਹਿਣ। ਸਾਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਬਾਹਰਲੇ ਲੋਕ ਆ ਉਹ ਭਾਰਤ ਵਰਸ਼ ਦੇ ਵਿੱਚ, ਇੰਡੀਆ ਦੇ ਵਿੱਚ ਜਾ ਕੇ ਆਪਣੀਆਂ ਛੁੱਟੀਆਂ ਮਨਾਉਣ ਵਿੱਚ ਫਖਰ ਸਮਝਦੇ ਆ ਕਿ ਉੱਥੇ ਸਾਨੂੰ ਸਭ ਤੋਂ ਜ਼ਿਆਦਾ ਨੈਚੁਰਲ ਚੀਜ਼ਾਂ, ਹਰ ਤਰੀਕੇ ਦੀਆਂ,
हर तरीके का जानवर, हर तरीके के इंसान उत्थे, हर तरीके का जिहड़ा कल्चर आ सानू हिंदुस्तान दे विच मिलदा। पर वो तां ही जाणगे जे उत्थे खुशहाल लोग रहणगे, उत्थे तो कोई खौफ वाली गल नहीं आऊगी। तो जे असीं अपने ही किसानां दे उत्ते आसे पासे बारीए ला के ते उत्ते किल ला के ते उत्थे टैंक खड़े करके ते उत्थे पानी दा बिछारा करके इदां दा मैसेज आपां दुनिया विच देवांगे ते साडे मुल्क वाल नूं कौन मूंह करूगा, कौन जाऊगा साडे मुल्क वाल नूं, किद्दों साडी जय जयकार होगी। ये सारे का सारा साडे जिहड़े लीडर साहबान हैगे उन्हां नूं सोचना चाहिए। किसी भी फिरके दे ना हो, पर असी इंसानी तौर पर तो असी इंसान हैं। जिस इंसान दे विच इंसानियत ना रहे वो जानवर के बराबर हो जाता, जानवर तो भी भैड़ा हो जाता इंसान। कई बारी जानवर भी हजे अपनी मर्यादा विच रहिंदा, पर जिहड़े लोग आ इंसान अपने आप नूं इंसान कहंदे आ। हुण एक 15 साल की 12 साल की लड़की के नाल 9 बंदे जिहड़े रेप करन जांदे आ ते उत्थे जाके फिर करदे। ते किहड़ा ऐसा जानवर हैगा दुनिया के उत्ते जिहड़ा इस तरीके नाल इदां दे कर्म करदा ते सरकार उन्हां नूं कई बार सपोर्ट कर दिंदी है ते उन्हां नूं फड़िया भी नहीं जांदा। ते कई बार ये भी सुनने विच आया भी ठाकरां दा खून कर्म हुंदा, क्योंकि वो गरीब आ, क्यों मजलूम आ, कि उन्हां दा रब है नहीं। इदां दी गल्लां जां इदां जिहड़ा काम करदे आ जां उन्हां नूं लोग सपोर्ट करदे आ, वो जानवरां नालों भी भैड़े आ। जानवरां दी भी कोई मर्यादा हुंदी है। जिहड़े जानवर जिहड़े अपने रहिंदे आ, किसी नूं जात बरादरी दे तौर ते कि गरीबी तौर के ਉਹਦਾ फायदा नहीं उठाना चाहिए, ਉਹਦੀ सपोर्ट करनी चाहिए, गरीब की बांह फड़नी चाहिए है। जिद्दां साडे गुरु साहिबां ने अपनी जानां कुर्बान करके अपने बच्चों दी शहीदियां दे के अपने पिता की शहीदी दे के इस मुल्क नूं आज़ाद कराया। सानूं कुर्बानियां भुल्लणियां नहीं चाहिए। असीं अपने नशे विच आके उही कर्म करने शुरू करते, वो कर्म करने शुरू करते जिहड़े किसी समय मुगलों के करते हुंदे सी। साडियां धीआं भैणां नूं लिया के गजनी के बाजारां विच टके टके नूं बेचदे सी। सानूं वो भुल्लिया नहीं। साडे बजुर्गां ने कुर्बानियां कीतियां, इस मुल्क नूं बड़े दुख दे के बड़ियां शहीदियां दे के असीं आज़ाद कराया। ते असीं ये सारे जिहड़े इस वेले हंकारी बैठे आ उन्हां नूं वार्निंग भी आ ते बेनती भी आ भी ये जिहड़े इस वेले भारत वर्ष के किसान आ, मजदूर आ, गरीब आ, उन्हां नूं जरूर उन्हां दा बनदा हक जिहड़ा दित्ता जावे। ते अंत विच असीं जिहड़े अपनी सत करतार टैलीविजन वल्लों बेनती करते हैं कि जे कोई प्रोग्राम चंगा लगे तो इन्हूं जरूर शेयर ते सबसक्राइब कर लिओ ते दूसरिਆਂ तक जिहड़ा इहनूं पहुँचाउणा। साडा किसी नाल वैर नहीं, किसी नाल विरोध नहीं, पर जिथे भी जुल्म हुंदा है उत्थे गल करनी इंसान का फर्ज है, इंसानियत का फर्ज है, साडा फर्ज है। तां कि ਜਿਹੜੇ ਅਸੀਂ ਆਪ खुद अपने आप ਨੂੰ इंसान समझते हैं, ਅਸੀਂ अपनी इंसानियत बचाते। ਜਿਹੜਿਆਂ ਨੇ ਹਜੇ ਤੱਕ ਹਾਂ ਦਾ ਨਾਰਾ नहीं मारिया ਉਹ ਹਾਂ ਦਾ ਨਾਰਾ ਮਾਰਨ। ਜਿਹੜੇ ਜ਼ੁਲਮ ਕਰਦੇ ਆ ਉਹਨਾਂ ਨੂੰ ਰੋਕਣ ਵਾਸਤੇ ਆਪਣੇ ਉਪਰਾਲੇ ਕਰਨ, ਕਿਉਂਕਿ ਜਿਹੜਾ ਬੰਦਾ ਜਦੋਂ ਜ਼ੁਲਮ ਹੁੰਦਾ ਉਹ ਦੇਖਦਾ ਰਹੇ ਉਹਦੇ ਲਈ ਹਾਂ ਦਾ ਨਾਰਾ ਨਾ ਮਾਰੇ। ਇਹ ਵੀ ਇਹ ਹੋ ਜਾਂਦਾ ਕਿ ਜਿਹੜਾ ਜ਼ੁਲਮ ਕਰ ਰਿਹਾ ਤੁਸੀਂ ਉਹਨੂੰ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਸਾਥ ਦੇ ਰਹੇ ਹੋ। ਇਸ ਕਰਕੇ ਸਾਡਾ ਫਰਜ਼ ਬਣਦਾ ਅਸੀਂ ਜ਼ਰੂਰ अपनी आवाज़ जिहड़ी आ उन्हें बोले कन जिहड़े है उन्हां तक पहुँचाइए। जिहड़े मेरे वीर सुन रहे आ सत करतार TV, उन्हां सारे वीरां भैणां नूं दास गुरदियाल सिंह वल्लों वाहिगुरू जी का खालसा वाहिगुरू जी की फतेह।